ਹਾਂਜੀ ਸਤਿਕਾਰਯੋਗ ਦੋਸਤੋ, ਮੈਂ ਤੁਹਾਡਾ ਦੋਸਤ ਭੁਪਿੰਦਰ ਮਾਨ। ਅੱਜ ਮੈਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਿਹਾ, ਜਿਹਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਲੱਗਦਾ ਸੀ ਲੋੜ ਹੈ। ਜੇਕਰ ਅਸੀਂ ਸਾਡੇ ਸਿਹਤ ਵਿਭਾਗ ਦੀ ਜਾਂ ਅੰਤਰਰਾਸ਼ਟਰੀ ਤੌਰ 'ਤੇ ਦੇਖੀਏ ਤਾਂ ਲਗਭਗ 30% ਲੋਕ ਮਾਨਸਿਕ ਦਬਾਅ ਮਹਿਸੂਸ ਕਰਦੇ ਨੇ। ਵੈਸੇ ਤਾਂ ਇਹ ਸਾਡੀ ਇੱਕ ਮਨੁੱਖੀ ਫਿਤਰਤ ਹੈ ਕਿ 100% ਲੋਕ ਹੀ ਕਦੇ ਨਾ ਕਦੇ ਇਸ ਦੇ ਵਿੱਚ ਦੀ ਲੰਘਦੇ ਆ, ਪਰ ਉਹਨਾਂ 'ਚੋਂ 30% ਬੰਦੇ ਜਿਹੜੇ ਫਸੇ ਰਹਿ ਜਾਂਦੇ ਡਿਪਰੈਸ਼ਨ ਅਤੇ ਤਣਾਅ ਦੇ ਵਿੱਚ। ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦਾ ਕਿ ਡਿਪਰੈਸ਼ਨ ਤੋਂ ਬਾਹਰ ਆਉਣ ਲਈ ਅਸੀਂ ਕੀ ਕਰਨਾ, ਇਹਦੇ ਤਾਂ ਆਪਾਂ ਗੱਲ ਕਰਾਂਗੇ। ਜਿੰਨੇ ਵੀ ਸਿਰਜਣਾਤਮਕ ਕੰਮ ਕਰਦੇ ਨੇ, ਸਿਰਜਣਾ ਨਾਲ ਸੰਬੰਧਿਤ ਲੋਕ ਨੇ, ਜਾਂ ਜਿਨ੍ਹਾਂ ਦੀ ਜ਼ਿੰਦਗੀ ਦੀ ਕ੍ਰੀਏਟੀਵਿਟੀ ਆ, ਉਹਨਾਂ ਨੇ ਸਟ੍ਰੈਸ ਦੇ ਵਿੱਚ ਆਉਣਾ ਹੀ ਆਉਣਾ ਹੈ, ਤਣਾਅ ਉਹਨਾਂ ਦੇ ਮਨ ਦੇ ਉੱਤੇ ਛਾਉਣਾ ਹੀ ਛਾਉਣਾ ਹੈ। ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੈਗੀਆਂ। ਤੁਸੀਂ ਅਜਿਹੀਆਂ ਸਥਿਤੀਆਂ 'ਚ ਫਸ ਜਾਂਦੇ ਹੋ, ਨੀਂਦ ਆਉਣੀ ਬੰਦ ਹੋ ਜਾਂਦੀ ਹੈ, ਮਨ ਨਹੀਂ ਲੱਗਦਾ, ਕਰੀਅਰ ਤੋਂ ਇਦੋਂ ਵੀ ਭਿਆਨਕ ਸਿੱਟੇ ਨਿਕਲ ਜਾਂਦੇ ਆ। ਬੰਦਾ ਡਿਪਰੈਸ਼ਨ 'ਚ ਆ ਕੇ ਸੁਸਾਈਡ ਵਰਗੀਆਂ ਵੱਡੀਆਂ ਵੱਡੀਆਂ ਚੀਜ਼ਾਂ ਵੱਲ ਨੂੰ ਤੁਰ ਪੈਂਦਾ ਹੈਗਾ। ਸੋ ਇਸ ਵਿਸ਼ੇ 'ਤੇ ਬਹੁਤ ਘੱਟ ਸਮਾਜ ਦੇ ਵਿੱਚ ਗੱਲ ਹੁੰਦੀ ਹੈ। ਜਿਹੜਾ ਬੰਦਾ ਰੋਗੀ ਹੁੰਦਾ ਉਹਨੂੰ ਡਰ ਲੱਗਦਾ ਵੀ ਲੋਕ ਐਂ ਕਹਿਣਗੇ ਪਾਗਲ ਹੋ ਗਿਆ। ਤਾਂ ਡਿਪਰੈਸ਼ਨ ਨੂੰ ਇਸ ਤਰ੍ਹਾਂ ਲੈਤਾ ਜਾਂਦਾ ਜਿਵੇਂ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਜਿਹੜੀ ਠੀਕ ਹੀ ਨਹੀਂ ਹੋ ਸਕਦੀ। ਪਰ ਪਿਆਰੇ ਸਾਥੀਓ, ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਦੁਨੀਆ ਦੇ ਮਸ਼ਹੂਰ ਲੇਖਕ ਦੋਸਤੋਵਸਕੀ, ਚੈਖਵ, ਹੈਮਿੰਗਵੇ, ਜਿਨ੍ਹਾਂ ਦੇ ਤੁਸੀਂ ਨਾਂ ਸੁਣੇ ਹੋਣਗੇ, ਸਾਰੇ ਜ਼ਿੰਦਗੀ ਸਟ੍ਰੈਸ ਦੇ ਵਿੱਚ ਰਹੇ ਨੇ। ਐਡੀਸਨ ਸਟ੍ਰੈਸ ਦਾ ਮਰੀਜ਼ ਸੀਗਾ, ਪਰ ਉਹਨਾਂ ਨੇ ਵੱਡੀਆਂ ਵੱਡੀਆਂ ਘਾਲਾਵਾਂ ਘਾਲੀਆਂ, ਵੱਡੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸੋ ਇਹਦੇ ਲਈ ਡਿਪਰੈਸ਼ਨ ਹੈ ਜਿਹੜਾ ਇੱਕ ਆਮ ਹੋਰ ਰੋਗਾਂ ਵਾਂਗੂ ਇੱਕ ਰੋਗ ਹੈ। ਰੋਗ ਵੀ ਨਹੀਂ ਹੈਗਾ, ਰੋਗ ਤੋਂ ਵੀ ਘੱਟ ਚੀਜ਼ ਹੈਗੀ। ਕਿਉਂਕਿ ਦੂਜੇ ਜਿਹੜੇ ਰੋਗ ਅਸੀਂ ਦਵਾਈਆਂ ਨਾਲ ਠੀਕ ਕਰਨੇ ਆ। ਇਹਦੇ ਲਈ ਜਿਹੜਾ ਹੈਗਾ ਤੁਹਾਡਾ ਮਨ ਹੀ ਡਾਕਟਰ ਹੈਗਾ। ਹੁਣ ਡਾਕਟਰ ਦੇ ਕੋਲ ਜਾਂਦੇ ਹਾਂ ਆਪਾਂ, ਸਕੈਟਰਿਸਟ ਤੋਂ ਦਵਾਈ ਲੈਂਦੇ ਹਾਂ, ਸਾਈਕੋਲੋਜਿਸਟ ਕੋਲ ਜਾਂਦੇ ਹਾਂ, ਉਹ ਸਾਨੂੰ ਦਵਾਈਆਂ ਦੇ ਦਿੰਦੇ ਨੇ। ਤਾਂ ਉਹਦਾ ਨੁਕਸਾਨ ਇਹ ਹੁੰਦਾ ਕਿ ਜਿੰਨੇ ਸਾਡਾ ਰੋਗ, ਸਾਡੇ ਮਨ ਦੇ ਉੱਤੇ ਅਸਰ ਹੈ, ਸਾਡੇ ਦਿਮਾਗ ਦੇ ਕੋਈ ਰਸਾਇਣਕ ਜਿਹੜੇ ਬਦਲਾਅ ਆਏ ਹੈ, ਉਹਨਾਂ ਨੂੰ ਰੋਕਣ ਦੇ ਬਜਾਏ ਉਹ ਸਾਰੇ ਦਿਮਾਗ ਨੂੰ ਰੋਕ ਦਿੰਦੇ ਹੈਗੇ। ਨੀਂਦ ਵੱਧ ਆਉਣੀ ਸ਼ੁਰੂ ਹੋ ਜਾਂਦੀ ਹੈ, ਬੰਦਾ ਸੁਸਤ ਹੋ ਜਾਂਦਾ, ਉਹ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ। ਤਾਂ ਇਹ ਚੀਜ਼ਾਂ ਜਦੋਂ ਮੈਂ ਆਸੇ ਪਾਸੇ ਦੇਖਦਾ ਤਾਂ ਮੈਂ ਮਹਿਸੂਸ ਕੀਤਾ ਕਿ ਇੱਕ ਮੋਟੀਵੇਟਰ ਦੇ ਤੌਰ 'ਤੇ, ਇੱਕ ਸੋਸ਼ਲ ਵਰਕ ਦੇ ਤੌਰ 'ਤੇ ਮੈਨੂੰ ਇਹਨਾਂ 'ਤੇ ਗੱਲ ਕਰਨੀ, ਇੱਕ ਲੇਖਕ ਦੇ ਤੌਰ 'ਤੇ ਮੇਰਾ ਫਰਜ਼ ਬਣਦਾ ਕਿ ਮੈਂ ਗੱਲ ਕਰਾਂ। ਹੁਣ ਆਪਾਂ ਇੱਕ ਸੀਰੀਜ਼ ਸ਼ੁਰੂ ਕਰਾਂਗੇ ਜਿਹਦੇ 'ਚ ਆਪਾਂ ਜੀਵਨ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਕਿਵੇਂ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ, ਉਹਦੇ ਬਾਰੇ ਗੱਲ ਕਰਾਂਗੇ। ਜਿਹੜਾ ਅੱਜ ਦਾ ਮੇਰਾ ਵਿਸ਼ਾ ਹੈਗਾ ਉਹ ਹੈਗਾ ਡਿਪਰੈਸ਼ਨ ਅਤੇ ਤਣਾਅ ਤੋਂ ਬਾਹਰ ਕਿਵੇਂ ਆਈਏ। 7 ਸਟੈਪ ਨੇ, ਬੜੇ ਸਿੰਪਲ ਨੇ, ਬੜੇ ਸੌਖੇ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ। ਦੇਖੋ, ਡਿਪਰੈਸ਼ਨ ਆਉਣ ਦਾ ਕਾਰਨ ਕੀ ਹੈ ਕਿ ਸਾਨੂੰ ਚਿੰਤਾ ਹੈਗੀ ਕੋਈ ਭਵਿੱਖ ਦੀ ਜਾਂ ਅਤੀਤ ਦੀ। ਕਿਉਂਕਿ ਅਸੀਂ ਜ਼ਿੰਦਗੀ ਹੈ ਜਿਹੜੀ ਉਹ ਵਰਤਮਾਨ ਤੋਂ ਛੱਡ ਕੇ ਪਿੱਛੇ ਜਾਂ ਅੱਗੇ ਚਲੇ ਜਾਂਦੇ ਹਾਂ। ਉੱਥੇ ਸਾਨੂੰ ਫਿਕਰ ਹੋਣ ਲੱਗ ਜਾਂਦਾ, ਬਿਮਾਰੀਆਂ ਦਾ ਫਿਕਰ ਹੋਣ ਲੱਗ ਜਾਂਦਾ, ਮਾੜੇ ਮਾੜੇ ਖਿਆਲ ਆਉਣ ਲੱਗ ਜਾਂਦੇ ਆ, ਰਾਤਾਂ ਨੂੰ ਸੁਪਨੇ ਆਉਣ ਲੱਗ ਜਾਂਦੇ ਆ, ਨੀਂਦ ਨਹੀਂ ਆਉਂਦੀ, ਨੀਂਦ ਟੁੱਟਣ ਲੱਗ ਜਾਂਦੀ ਹੈ। ਇਹ ਰੋਗ ਨਹੀਂ। ਅਤੇ ਸਭ ਤੋਂ ਜਿਹੜਾ ਇਲਾਜ ਹੈ ਉਹ ਇਹ ਹੈ ਕਿ ਆਪਣੇ ਦਿਮਾਗ ਨੂੰ, ਆਪਣੇ ਮਨ ਨੂੰ ਸਥਿਰ ਕਰਨਾ। ਉਹ ਅਸੀਂ ਕਿਵੇਂ ਕਰ ਸਕਦੇ ਹਾਂ, ਕਿ ਮੈਂ ਤੁਹਾਡੇ ਦੋ ਕੁ ਗੱਲਾਂ ਸਾਂਝੀਆਂ ਕਰੂੰਗਾ। ਵੀਡੀਓ ਲੰਬੀ ਹੋ ਸਕਦੀ ਹੈ, ਪਰ ਮੈਂ ਪੂਰਾ ਯਕੀਨ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇਹਦਾ ਫਾਇਦਾ ਮਿਲੂਗਾ ਹੀ ਮਿਲੂਗਾ। ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਡਿਪਰੈਸ਼ਨ ਨੂੰ ਕੋਈ ਦਵਾਈ ਠੀਕ ਨਹੀਂ ਕਰ ਸਕਦੀ। ਡਿਪਰੈਸ਼ਨ ਨੂੰ ਇੱਕੋ ਦਵਾਈ ਠੀਕ ਕਰੂਗੀ ਅਤੇ ਉਹ ਹੈ ਤੁਹਾਡਾ ਮਨ। ਤਾਂ ਹੁਣ ਭਿਆਨਕ ਤੋਂ ਭਿਆਨਕ ਸਥਿਤੀਆਂ 'ਚ ਗੁਜ਼ਰਨਾ ਪੈ ਸਕਦਾ ਹੈਗਾ। ਮਾੜੇ ਤੋਂ ਮਾੜੇ ਹਾਲਾਤ ਤੁਹਾਡੇ ਸਾਹਮਣੇ ਹੋਣਗੇ। ਤਾਂ ਹੁਣ ਤੁਸੀਂ ਕੀ ਕਰਨਾ ਹੈਗਾ, ਤੁਸੀਂ ਇਸ ਦਾ ਵਰਤੋਂ ਜਿਹੜੀ ਜਾਂ ਤਾਂ ਚੰਗਾ ਇਨਸਾਨ ਬਣਨ ਵਾਸਤੇ ਕਰ ਸਕਦੇ ਹੋ। ਦੇਖੋ, ਕਹਿੰਦੇ ਠੋਕਰਾਂ ਖਾ ਕੇ ਸਿੱਖਦਾ ਬੰਦਾ। ਜਦੋਂ ਤੁਸੀਂ ਇਸ ਚੀਜ਼ ਤੋਂ ਲੈ ਲਓਗੇ ਕਿ ਤੁਸੀਂ ਇੱਕ ਬਿਹਤਰ ਇਨਸਾਨ ਬਣ ਕੇ ਨਿਕਲੋਗੇ ਹਰੇਕ ਜ਼ਿੰਦਗੀ ਦੇ ਵਿੱਚ ਆਈ ਹੋਈ ਮਾੜੀ ਘਟਨਾ ਦੇ ਵਿੱਚੋਂ, ਮਾੜੇ ਸਮੇਂ ਦੇ ਵਿੱਚੋਂ, ਜਾਂ ਜੀਵਨ ਅਸਤ ਵਿਅਸਤ ਕਰ ਲਓ। ਜਿਹੜੇ 30% ਲੋਕਾਂ ਦੀ ਪਹਿਲਾਂ ਗੱਲ ਕਰਕੇ ਹਟਿਆ, ਉਹ ਜਿਹੜਾ ਆਪਣਾ ਜੀਵਨ ਹੈ ਉਸਨੂੰ ਕੀ ਕਰ ਚੁੱਕੇ ਨੇ, ਅਸਤ ਵਿਅਸਤ ਕਰ ਚੁੱਕੇ ਨੇ। ਉਹਨਾਂ ਦੇ ਉੱਤੇ ਇਸ ਚੀਜ਼ ਦਾ ਅਸਰ ਹੈਗਾ। ਜਦੋਂ ਵੀ ਕੋਈ ਚੀਜ਼ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ, ਤੁਹਾਨੂੰ ਤੰਗ ਕਰਦੀ ਹੈ, ਤਾਂ ਤੁਹਾਡੇ ਕੋਲ ਦੋ ਰਾਹ ਨੇ। ਜਾਂ ਤਾਂ ਸੱਟ ਖਾ ਕੇ ਬੈਠ ਜਾਓ ਅਤੇ ਜਾਂ ਸਮਝਦਾਰ ਬਣ ਜਾਓ। ਜਿੰਨੀਆਂ ਸੱਟਾਂ ਤੁਹਾਨੂੰ ਲੱਗਣਗੀਆਂ ਉਨੇ ਹੀ ਤੁਸੀਂ ਸਮਝਦਾਰ ਤਕੜੇ ਹੋ ਕੇ ਨਿਕਲੋਗੇ। ਪਰੰਤੂ ਹੋਇਆ ਉਲਟ ਰਿਹਾ ਕਿ ਸਮਝਦਾਰ ਜਾਂ ਤਕੜੇ ਹੋ ਕੇ ਨਿਕਲਣ ਦੀ ਬਜਾਏ ਕੀ ਹੋ ਰਿਹਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਚੋਟਲ ਹੋ ਕੇ ਨਿਕਲ ਰਹੇ, ਵਿੱਚ ਸੱਟ ਖਾ ਕੇ ਨਿਕਲ ਰਿਹਾ, ਉਹ ਉਸ ਸਥਿਤੀ ਦੇ ਵਿੱਚ ਫਸ ਕੇ ਰਹਿ ਜਾਂਦੇ ਨੇ। ਤਾਂ ਹੁਣ
ਸਾਨੂੰ ਸਾਡੀ ਬੁੱਧੀ ਨੂੰ ਆਪਦੇ ਖਿਲਾਫ ਚੱਲਣ ਦਾ ਇੱਕ ਮੌਕਾ ਦੇ ਦਿੰਦੇ ਆ। ਸਾਡਾ ਦਿਮਾਗ ਕੀ ਹੈ, ਜੋ ਚੀਜ਼ ਤੁਸੀਂ ਇਹਦੇ 'ਚ ਗੱਲ ਕਰੀ ਜਾਓਗੇ ਉਹਨੇ ਰਿਪੀਟਲੀ ਉਸੇ ਚੀਜ਼ ਨੂੰ ਹੀ ਸਮਝੀ ਜਾਣਾ ਹੈ। ਕਿਹਾ ਜਾਂਦਾ ਨਾ 100 ਵਾਰੀ ਝੂਠ ਬੋਲੋਗੇ ਤਾਂ ਸੱਚ ਬਣ ਜਾਣਾ, ਸੱਚ ਲੱਗਣ ਲੱਗ ਜਾਣੀ ਚੀਜ਼। ਉਸੇ ਤਰ੍ਹਾਂ ਹੀ ਦਿਮਾਗ ਦੇ ਵਿੱਚ ਜੋ ਵੀ ਚੱਲੀ ਜਾਊਗਾ ਉਹਦੇ ਨਾਲ ਸਾਡਾ ਜਿਹੜਾ ਦਿਮਾਗ ਹੈਗਾ ਉਹੀ ਚੀਜ਼ ਨੂੰ ਸਮਝਣ ਲੱਗ ਜਾਊਗਾ, ਵਾਰੀ ਵਾਰੀ ਉਸੇ 'ਤੇ ਗੱਲ ਕਰਨ ਲੱਗ ਜਾਊਗਾ। ਤਾਂ ਹੁਣ ਅਸੀਂ ਕਰਨਾ ਕੀ ਹੈਗਾ, ਅਸੀਂ ਬਚਣਾ ਇਹ ਤੋਂ। ਪਰ ਫਿਰ ਵੀ ਜਦੋਂ ਸਾਡੇ ਆਸ-ਪਾਸ ਦੀ ਦੁਨੀਆ ਐਂ ਲੱਗਦਾ ਸਾਡੇ ਖਿਲਾਫ ਹੋ ਗਈ, ਸਾਡੇ ਹਾਲਾਤ ਸਾਡੇ ਖਿਲਾਫ ਨੇ, ਤਾਂ ਫਿਰ ਜ਼ਰੂਰੀ ਇਹ ਹੋ ਜਾਂਦਾ ਕਿ ਸਾਡਾ ਦਿਮਾਗ ਸਾਡੇ ਨਾਲ ਰਹੇ, ਅਸੀਂ ਆਪਣੇ ਆਪ ਨਾਲ ਰਹਿ ਕੇ ਜ਼ਿੰਦਗੀ ਦਾ ਮੁਕਾਬਲਾ ਕਰੀਏ। ਇਹ ਸਭ ਤੋਂ ਵੱਡੀ ਜਿਹੜੀ ਲੋੜ ਹੈਗੀ। ਤਾਂ ਹੁਣ ਮੁਕਾਬਲਾ ਕਰਨ ਵਾਸਤੇ ਕੀ ਹੈ, ਤੁਸੀਂ ਕਿਵੇਂ ਮੁਕਾਬਲਾ ਕਰ ਸਕਦੇ ਹੋ? ਪਹਿਲਾਂ ਤਾਂ ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਹੈ ਕਿ ਹਰ ਇਨਸਾਨੀ ਅਨੁਭਵ ਦੇ ਨਾਲ ਜਿਹੜਾ ਤੁਹਾਨੂੰ ਇੱਕ ਰਸਾਇਣਿਕ ਆਧਾਰ ਮਿਲਦਾ ਹੈ, ਇੱਕ ਕੈਮਿਸਟਰੀ ਬਣਦੀ ਹੈ। ਤਾਂ ਹੁਣ ਉਸ ਕੈਮਿਸਟਰੀ ਨੂੰ ਤੁਸੀਂ ਆਪਾਂ ਕੀ ਕਹਿੰਦੇ ਆਂਗੇ, ਖੁਸ਼ੀ। ਫਿਰ ਇੱਕ ਹੋਰ ਕੈਮਿਸਟਰੀ ਬਣਦੀ ਹੈ, ਉਹ ਕਹਿੰਦਾ ਦੁੱਖ ਹੈ। ਇੱਕ ਕੈਮਿਸਟਰੀ ਹੋਰ ਬਣਦੀ ਹੈ, ਅਸੀਂ ਬੇਚੈਨ ਹਾਂ। ਇੱਕ ਕੈਮਿਸਟਰੀ ਹੋਰ ਬਣਦੀ ਹੈ, ਅਸੀਂ ਤਣਾਅ 'ਚ ਆਂਗੇ। ਅਸੀਂ ਇੱਕ ਹੋਰ ਕੈਮਿਸਟਰੀ, ਅਸੀਂ ਪਰਮਾਨੰਦ ਦੇ ਵਿੱਚ ਬਹੁਤ ਖੁਸ਼ ਆਂਗੇ, ਇੰਨੇ ਖੁਸ਼ ਹਾਂ ਕਿ ਅਸੀਂ ਉਛਲ ਰਹੇ ਹਾਂ, ਬੱਲੀਆਂ ਉਛਲ ਰਹੀਆਂ। ਤਾਂ ਇਹ ਸਾਰਾ ਕੁਝ ਕੀ ਹੈ, ਸਾਡੇ ਜੀਵਨ ਦਾ ਇੱਕ ਰਸਾਇਣਕ ਆਧਾਰ ਹੈ। ਇਹਦੇ ਨਾਲ ਅਸੀਂ ਆਪਣੇ ਸਤਹੀ ਤਰੀਕੇ ਨਾਲ, ਬਾਹਰਲੇ ਤਰੀਕੇ ਨਾਲ ਅਸੀਂ ਇਸ ਚੀਜ਼ ਨੂੰ ਦੇਖ ਸਕਦੇ ਹਾਂ। ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਰੋਕ ਕਿਵੇਂ ਸਕਦੇ ਹਾਂ? ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਨਾਲ ਅਸੀਂ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਹਾਂ? ਆਪਾਂ ਉਹ 'ਤੇ ਗੱਲ ਕਰਦੇ ਹਾਂ। ਤਾਂ ਡਿਪਰੈਸ਼ਨ ਤੋਂ ਬਾਹਰ ਆਉਣ ਦੇ ਵਾਸਤੇ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨਾਲ ਗੱਲ ਕਰੋ। ਉਹ ਤਾਂ ਹੋਊਗੀ ਜੇ ਤੁਸੀਂ ਸ਼ਾਂਤ ਹੋਵੋਗੇ। ਸ਼ਾਂਤ ਤੁਸੀਂ ਤਾਂ ਹੋਵੋਗੇ ਜੇ ਤੁਸੀਂ ਕੁਝ ਚੀਜ਼ਾਂ ਨੂੰ ਅਪਣਾਓਗੇ। ਸਭ ਤੋਂ ਪਹਿਲੀ ਚੀਜ਼ ਹੈ ਕਿ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰਲੇ ਮਨੁੱਖ ਨੂੰ ਸ਼ਾਂਤ ਕਰਨ ਦੇ ਲਈ ਕੁਝ ਅਜਿਹੀਆਂ ਗੱਲਾਂ ਕਰੋ। ਮੈਡੀਟੇਸ਼ਨ, ਯੋਗਾ, ਸਰੀਰਕ ਕਸਰਤ ਤੇ ਆਮ ਲੋਕਾਂ ਦੇ ਵਿੱਚ ਵਿਚਰਨਾ। ਕਿਉਂਕਿ ਡਿਪਰੈਸ਼ਨ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਅਸੀਂ ਆਮ ਲੋਕਾਂ 'ਚ ਜਾਣਾ ਬੰਦ ਕਰ ਦਿੰਦੇ ਹਾਂ। ਤੁਸੀਂ ਇਸ ਸਥਿਤੀ 'ਚ ਲੰਘ ਰਹੇ ਹੋ ਤਾਂ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ, ਸਹੇਲੀਆਂ ਨਾਲ, ਰਿਸ਼ਤੇਦਾਰਾਂ ਨਾਲ, ਜਿਹਦੇ ਨਾਲ ਤੁਸੀਂ ਟਾਈਮ, ਬੱਚਿਆਂ ਨਾਲ, ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ, ਟਾਈਮ ਸਪੈਂਡ ਕਰੋ। ਇਕੱਲੇ ਨਾ ਰਹੋ। ਉਸ ਤੋਂ ਬਿਨਾਂ ਕੁਝ ਐਕਸਰਸਾਈਜ਼ ਹੈ, YouTube 'ਤੇ ਭਰੀ ਪਈ ਹੈਗੀ। ਮੈਡੀਟੇਸ਼ਨ ਹੈ, ਗਾਈਡਡ ਮੈਡੀਟੇਸ਼ਨ ਹੈ, ਲੌਂਗ ਬਰੀਦਿੰਗ ਹੈ। ਉਹਨੂੰ ਤੁਸੀਂ ਦੋਨੇ ਟਾਈਮ ਸਵੇਰੇ ਸ਼ਾਮ ਕਰੋ। ਕੰਸਨਟਰੇਸ਼ਨ ਕਰੋ, ਸਾਹ ਦੀ ਕਿਰਿਆ ਹੈਗੀ ਜਿਹਨੂੰ ਕੰਸਨਟਰੇਸ਼ਨ ਕਹਿੰਦੇ ਆ, ਉਹਨੂੰ ਤੁਸੀਂ 20-20 ਮਿੰਟ ਕਰੋ। ਤੁਸੀਂ ਕਾਫੀ ਸ਼ਾਂਤ ਮਹਿਸੂਸ ਕਰੋਗੇ, ਕਾਫੀ ਜ਼ਿਆਦਾ ਸ਼ਾਂਤ। ਉਸ ਤੋਂ ਬਿਨਾਂ ਕੀ ਹੈਗਾ ਕਿ ਤੁਸੀਂ ਦੂਜੇ ਆਯਾਮ 'ਤੇ ਪਹੁੰਚ ਸਕਦੇ ਆ। ਪਰ ਹੁਣ ਤੁਸੀਂ ਕੀ ਕਰ ਸਕਦੇ ਆ, ਇਹ ਜਿਹੜੀ ਰਸਾਇਣਿਕ ਗਤੀਵਿਧੀ ਤੁਹਾਡੇ ਦਿਮਾਗ ਦੇ ਵਿੱਚ ਹੋ ਰਹੀ ਹੈ, ਉਹਦੇ ਨਾਲ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਐਕਸਰਸਾਈਜ਼ ਦੱਸੀਆਂ ਉਹਨਾਂ ਨਾਲ ਤੁਸੀਂ ਇਹਨੂੰ ਵਧੀਆ ਢੰਗ ਨਾਲ ਆਪਣੇ ਜੀਵਨ ਨੂੰ ਜਿਉ ਸਕਦੇ। ਪਹਿਲਾਂ ਤੁਸੀਂ ਆਪਦੇ ਆਪ ਨਾਲ ਮਿਲਣਾ। ਦੂਜਾ ਜਿਹੜਾ ਸਟੈਪ ਹੈਗਾ ਉਹ ਤੁਸੀਂ ਕੀ ਕਰਨਾ ਹੈ, ਸਪਸ਼ਟਤਾ। ਤੁਹਾਡੇ ਮਨ ਦੇ ਵਿੱਚ ਹਰ ਕਨਸੈਪਟ ਪ੍ਰਤੀ ਸਪਸ਼ਟਤਾ ਹੋਣੀ ਚਾਹੀਦੀ ਹੈ। ਆਤਮ ਵਿਸ਼ਵਾਸ ਇੱਕ ਵੱਖਰੀ ਚੀਜ਼ ਹੈ। ਅਸੀਂ ਬਹੁਤ ਜ਼ਿਆਦਾ ਕਿਤੇ ਵਿਸ਼ਵਾਸ ਦੇ ਵਿੱਚ ਆ ਜਾਂਦੇ ਹਾਂ, ਕਿਤੇ ਸਾਡਾ ਮਨ ਕੀ ਹੈਗਾ ਡਾਊਨ ਹੋ ਜਾਂਦਾ ਹੈਗਾ। ਪਰ ਸਪਸ਼ਟਤਾ ਜ਼ਰੂਰੀ ਹੈ, ਠੀਕ ਹੈ। ਤਾਂ ਆਪਦੇ ਜੀਵਨ ਦੇ ਵਿੱਚ ਸਪਸ਼ਟਤਾ ਲਿਆਉਣ ਦੀ ਕੋਸ਼ਿਸ਼ ਕਰੋ। ਜੇਕਰ ਅਸੀਂ ਸਪਸ਼ਟਤਾ ਨਹੀਂ ਲਿਆਉਂਦੇ, ਆਤਮ ਵਿਸ਼ਵਾਸ ਦੇ ਵਿੱਚ ਭੱਜੇ ਫਿਰਦੇ ਹਾਂ, ਆਹ ਕਰ ਲਿਆ ਉਹ ਕਰ ਲਿਆ, ਤਾਂ ਇੱਕ ਦਿਨ ਕੀ ਹੁੰਦਾ ਹੈਗਾ, ਕੋਈ ਘਟਨਾ ਇਹੋ ਜਿਹੀ ਹੁੰਦੀ ਹੈ ਕਿ ਜੀਵਨ ਸਾਡਾ ਨੀਚੇ ਚਲਾ ਜਾਂਦਾ ਹੈ। ਫਿਰ ਅਸੀਂ ਕੀ ਹੁੰਦੇ ਹਾਂ, ਡਿਪਰੈਸ਼ਨ ਵੱਲ ਨੂੰ ਵਧਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਤੁਹਾਡੇ ਕੋਲ ਤੁਹਾਡੇ ਗੋਲ ਪ੍ਰਤੀ, ਤੁਹਾਡੇ ਪਰਿਵਾਰ ਪ੍ਰਤੀ, ਤੁਹਾਡੇ ਜੀਵਨ ਪ੍ਰਤੀ ਇੱਕ ਸਪਸ਼ਟਤਾ ਹੋਣੀ ਜ਼ਰੂਰੀ ਹੈ। ਤਾਂ ਤੁਹਾਨੂੰ ਦੱਸਿਆ ਕਿ ਜਿਹੜਾ ਸਪਸ਼ਟਤਾ ਨਾਲ ਅਸੀਂ ਆਪਣੇ ਜੀਵਨ ਨੂੰ ਵਧੀਆ ਦਿਸ਼ਾ ਦੇ ਸਕਦੇ ਹਾਂ। ਸਪਸ਼ਟ ਹੋਵਾਂਗੇ ਹਰ ਚੀਜ਼ ਦੇ ਵਿੱਚ ਤਾਂ ਤੁਹਾਨੂੰ ਮਾਨਸਿਕ ਤੌਰ 'ਤੇ ਬਹੁਤ ਸ਼ਾਂਤੀ ਮਿਲੂਗੀ। ਤੀਜਾ, ਇਕੱਲੇਪਣ ਨੂੰ ਮੰਨਣਾ, ਇਕੱਲੇਪਣ ਦਾ ਆਨੰਦ ਲੈਣਾ। ਇਕੱਲਾਪਣ ਜਿਹੜਾ ਸਾਡੇ ਜੀਵਨ ਦੇ ਅਨੁਭਵ ਨੂੰ ਤੈਅ ਕਰਦਾ। ਦੇਖੋ, ਜ਼ਿੰਦਗੀ ਯਾਦ ਰੱਖੋ, ਤੁਸੀਂ ਸਾਰਿਆਂ ਦੇ ਨਾਲ ਹੁੰਦੇ ਹੋਏ ਵੀ ਇਕੱਲੇ ਹੋ। ਤੁਹਾਡੇ ਅੰਦਰ ਜਿਹੜਾ ਮਨ ਹੈ ਉਹਦੇ 'ਚ ਨਾ ਕੋਈ ਪ੍ਰਵੇਸ਼ ਕਰ ਸਕਦਾ, ਨਾ ਕੋਈ ਆ ਸਕਦਾ। ਤੁਹਾਨੂੰ ਕੋਈ ਸਰੀਰਕ ਤੌਰ 'ਤੇ ਕੁੱਟਮਾਰ ਕਰ ਸਕਦਾ, ਤੁਹਾਨੂੰ ਯਾਤਨਾਵਾਂ ਦੇ ਸਕਦਾ, ਤੁਹਾਨੂੰ ਪਿਆਰ ਕਰ ਸਕਦਾ, ਪਰ ਤੁਹਾਡੇ ਸਰੀਰ 'ਚ ਨਹੀਂ ਐਂਟਰ ਕਰ ਸਕਦਾ। ਸਰੀਰ ਤੁਹਾਡਾ ਇਕੱਲਿਆਂ ਦਾ ਹੈ। ਤਾਂ ਇੱਕ ਇੰਗਲਿਸ਼ ਦੀ ਬੜੀ ਵੱਡੀ ਕਹਾਵਤ ਹੈ ਕਿ ਜਿਹੜੇ ਇਕੱਲੇਪਣ ਦੇ ਵਿੱਚ ਰਹਿਣਾ ਸਿੱਖ ਜਾਂਦੇ ਨੇ, ਉਹਨਾਂ ਦੇ ਵਿੱਚੋਂ ਪੋਜ਼ੀਟਿਵ ਵਾਈਬਸ ਆਉਂਦੀਆਂ ਨੇ। ਪੋਜ਼ੀਟਿਵ ਵਾਈਬਸ ਦੇ ਨਾਲ ਉਹਦੇ ਨਾਲ ਦੂਜੇ ਲੋਕ ਵੀ ਸਮਾਂ ਬਿਤਾਉਣਾ
ਪਸੰਦ ਕਰਦੇ ਨੇ, ਜਿਹੜੇ ਲੋਕ ਇਕੱਲੇਪਣ ਤੋਂ ਘਬਰਾਉਂਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਇਸ ਚੀਜ਼ ਨਾਲ ਘਾਟ ਪੈ ਰਹੀ। ਜਿਵੇਂ ਪਹਿਲਾਂ ਦੱਸਿਆ ਤੁਹਾਨੂੰ, ਤਣਾਅ ਤੋਂ ਬਾਹਰ ਆਉਣ ਵਾਸਤੇ ਆਪਾਂ ਟਾਈਮ ਸਪੈਂਡ ਕਰਨਾ ਹੈ, ਪਰ ਜੇ ਤੁਸੀਂ ਇਕੱਲੇ ਹੁੰਦੇ ਹੋ ਉਦੋਂ ਵੀ ਆਪਣੇ ਆਪ ਨੂੰ ਮੰਨਣਾ ਸਿੱਖਣਾ ਹੈ। ਇਹ ਨਹੀਂ ਹੈ ਕਿ ਤੁਸੀਂ ਇਕੱਲਿਆਂ ਦੇ ਨਾਲ ਦੀ ਨਾਲ ਘਬਰਾ ਗਏ, ਤੁਹਾਡੇ ਦਿਮਾਗ ਦੇ ਵਿੱਚ ਫੇਰ ਨੈਗੇਟਿਵ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸ਼ਾਮਲ ਹੋ ਗਈਆਂ, ਉਹਦਾ ਤੁਸੀਂ ਬਚਣਾ ਹੈਗਾ। ਇਹ ਲੋਕ ਹੋਣ, ਚੀਜ਼ਾਂ ਹੋਣ, ਜਾਂ ਕੋਈ ਚੀਜ਼ਾਂ ਹੋਣ, ਇਹ ਤੈਅ ਨਹੀਂ ਹੁੰਦਾ। ਇੱਕ ਚੀਜ਼ ਤੈਅ ਕਰਦੀ ਹੈ ਕਿ ਜਿਹੜਾ ਤੁਹਾਡਾ ਅੰਦਰਲਾ ਮਨ ਹੈ ਉਹੀ ਹਰ ਚੀਜ਼ ਨੂੰ ਤੈਅ ਕਰੂਗਾ। ਤਾਂ ਇਕੱਲੇਪਣ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਕੱਲੇਪਣ ਦਾ ਤੁਸੀਂ ਪੂਰਾ ਆਨੰਦ ਲੈ ਸਕਦੇ ਹੋ। ਉਸ ਸਮੇਂ ਤੁਸੀਂ ਆਪਣੀ ਹੌਬੀਜ਼ ਨੂੰ ਅੱਗੇ ਲੈ ਕੇ ਜਾ ਸਕਦੇ ਹੋ, ਤੁਸੀਂ ਆਪਦੀ ਕ੍ਰੀਏਟਿਵ ਚੀਜ਼ਾਂ ਕਰ ਸਕਦੇ ਹੋ। ਦੇਖੋ, ਛੋਟੀ ਉਮਰ 'ਚ ਇਹ ਚੀਜ਼ਾਂ ਸਮਝੀਆਂ ਨਹੀਂ ਜਾ ਸਕਦੀਆਂ, ਪਰ ਵੱਡੀ ਉਮਰ 'ਚ ਜਾ ਕੇ ਸਾਨੂੰ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਨੇ ਕਿ ਇਕੱਲਾਪਣ ਵੀ ਆਨੰਦਦਾਇਕ ਹੁੰਦਾ ਹੈ, ਉਹ 'ਤੇ ਘਬਰਾਉਣਾ ਨਹੀਂ ਚਾਹੀਦਾ। ਇਹ ਚੀਜ਼ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਮੈਂ ਇਕੱਲਾ ਰਹਿ ਗਿਆ, ਕਿਉਂਕਿ ਡਿਪਰੈਸ਼ਨ 'ਚ ਜਾਣ ਦਾ ਇੱਕ ਕਾਰਨ ਇਹ ਵੀ ਹੁੰਦਾ ਕਿ ਮਨੁੱਖ ਇਹ ਮਹਿਸੂਸ ਕਰਨ ਲੱਗ ਜਾਂਦਾ ਕਿ ਮੇਰਾ ਕੋਈ ਨਹੀਂ ਹੈ, ਮੈਂ ਇਕੱਲਾ ਰਹਿ ਗਿਆ, ਅਤੇ ਫਿਰ ਮੈਨੂੰ ਡਿਪਰੈਸ਼ਨ ਵੱਲ ਜਾਣਾ ਹੀ ਪਊਗਾ। ਤਾਂ ਫਿਰ ਉਹ ਤੋਂ ਬਚਣਾ ਕਿਵੇਂ ਕਿ ਤੁਸੀਂ ਆਪਣੇ ਇਕੱਲੇਪਣ ਨੂੰ ਸਾਂਭਣਾ ਹੈਗਾ। ਇਕੱਲਾਪਣ ਤੁਹਾਡੇ ਲਈ ਗਹਿਣਾ ਹੋਣਾ ਚਾਹੀਦਾ, ਨਾ ਕਿ ਡਿਪਰੈਸ਼ਨ ਦਾ ਚੀਜ਼। ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਤੁਹਾਡੇ ਮਨ ਦੇ ਅੰਦਰ ਕੋਈ ਪ੍ਰਵੇਸ਼ ਨਹੀਂ ਕਰ ਸਕਦਾ। ਦੇਖੋ, ਕੁਦਰਤ ਨੇ ਕਿੰਨੀ ਜ਼ਬਰਦਸਤ ਚੀਜ਼ ਬਣਾਈ ਹੈ ਕਿ ਤੁਹਾਡੇ ਮਨ ਦੀ ਗੱਲ ਕੋਈ ਨਹੀਂ ਪੜ੍ਹ ਸਕਦਾ। ਜੋ ਤੁਹਾਡੇ ਮਨ ਦੇ ਅੰਦਰ ਹੈ, ਤੁਹਾਡੀ ਮਾਂ, ਤੁਹਾਡਾ ਬਾਪ, ਤੁਹਾਡੇ ਵਾਈਫ, ਤੁਹਾਡੇ ਬੱਚੇ, ਉਹ ਉੱਥੇ ਐਂਟਰ ਨਹੀਂ ਕਰ ਸਕਦੇ, ਜਿਹੜੇ ਸਭ ਤੋਂ ਤੁਹਾਡੇ ਨੇੜਲੇ ਬੰਦੇ ਨੇ। ਅਤੇ ਚੌਥੀ ਗੱਲ ਕੀ ਹੈ ਕਿ ਤੁਸੀਂ ਜਿਉਣਾ ਕਿਵੇਂ ਹੈ। ਦੋ ਤਰੀਕੇ ਜਿਉਣ ਦੇ, ਜਾਗਰੂਕ ਹੋ ਕੇ ਜਾਂ ਭਾਵੁਕ ਹੋ ਕੇ। ਜੇ ਅਸੀਂ ਇਹਨੂੰ ਭਾਵਨਾ ਵਿੱਚ ਕਹੀਏ ਤਾਂ ਇਹ ਪ੍ਰੇਮ ਸੰਬੰਧ ਹੈ। ਜੇਕਰ ਇਹ ਮਾਨਸਿਕ ਤੌਰ 'ਤੇ ਕਿਸੇ ਸੰਵੇਦਨਾ ਦੇ ਰੂਪ 'ਚ ਪ੍ਰਗਟ ਹੁੰਦੀ ਹੈ ਤਾਂ ਇਹ ਸਾਡੀ ਇੱਛਾ, ਆਕਾਂਖਸ਼ਾ, ਜਿੱਤ ਦੀ, ਇੱਥੋਂ ਤੱਕ ਕਿ ਜੇ ਅਸੀਂ ਇੱਛਾ ਸਾਡੇ ਸ਼ਾਪਿੰਗ ਦੇ ਰੂਪ 'ਚ ਵੀ ਸਾਹਮਣੇ ਆ ਸਕਦੀ ਹੈ। ਜੇਕਰ ਅਸੀਂ ਇਹਨੂੰ ਸਰੀਰਕ ਤੌਰ 'ਤੇ ਰੱਖਾਂਗੇ ਤਾਂ ਇਹ ਕਾਮਕ ਤੱਕ ਹੁੰਦੀ ਹੈ। ਤਾਂ ਹੁਣ ਕੀ ਹੈਗਾ, ਕੀ ਚੀਜ਼ ਅਸੀਂ ਧਿਆਨ 'ਚ ਰੱਖਣੀ ਹੈਗੀ। ਅਸੀਂ ਜਿਹੜੀ ਆਪਣੀ ਸੰਵੇਦਨਾ ਹੈਗੀ, ਇਹਨੂੰ ਇੱਕ ਜਾਗਰੂਕ ਮਨੁੱਖ ਦੇ ਰੂਪ 'ਚ ਰੱਖਣਾ ਹੈ। ਤੁਹਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਕਿ ਸਾਹਮਣੇ ਜੋ ਚੀਜ਼ ਦਿਸ ਰਹੀ ਹੈ ਉਹ ਕੀ ਹੈ। ਤੁਹਾਡੇ ਮਨ 'ਚ ਇੱਕ ਸਪਸ਼ਟਤਾ, ਹਰ ਚੀਜ਼ ਬਾਰੇ ਜਾਗਰੂਕਤਾ ਹੋਣੀ ਜ਼ਰੂਰੀ ਹੈ, ਤਾਂ ਕਿ ਤੁਸੀਂ ਚੇਤਨ ਹੋ ਕੇ ਹਰ ਕੰਮ ਨੂੰ ਵਧੀਆ ਹੋ ਕਰ ਸਕੋ। ਜਾਗਰੂਕਤਾ ਇੱਕ ਗਹਿਣਾ ਹੈਗੀ। ਜੇ ਤੁਸੀਂ ਇਸ ਨੂੰ ਅਪਣਾ ਕੇ ਰੱਖੋਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਡਿਪਰੈਸ਼ਨ ਕਦੇ ਨਹੀਂ ਛੂਹ ਸਕਦਾ। ਜੇ ਡਿਪਰੈਸ਼ਨ ਹੈ ਤਾਂ ਤੁਸੀਂ ਜਾਗਰੂਕਤਾ ਨਾਲ ਇਸ ਨੂੰ ਪਾਰ ਕਰ। ਤੁਹਾਡੀਆਂ ਇੱਛਾਵਾਂ, ਤੁਹਾਡੀ ਕਾਮੁਕਤਾ, ਤੁਹਾਡੇ ਸਾਰੇ ਸੰਬੰਧ ਹੈ, ਸਾਰੇ ਚੀਜ਼ਾਂ ਕੀ ਹੈ, ਪਲ ਛਿਣ ਦੀਆਂ ਘਟਨਾਵਾਂ ਨੇ। ਜੇਕਰ ਤੁਸੀਂ ਬਹੁਤ ਜ਼ਿਆਦਾ ਕਾਮੁਕ ਹੋ ਤਾਂ ਉਹਨੂੰ ਸੈਕਸ ਨਾਲ ਸੰਤੁਸ਼ਟ ਕਰ ਸਕਦੇ ਹੋ। ਆਕਾਂਖਸ਼ਾਵਾਂ ਤਾਂ ਤੁਸੀਂ ਉਹਨੂੰ ਆਪਦੀ ਜਿਹੜੀ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ, ਪਰ ਇਹ ਤੁਹਾਡੇ ਨਾਲ ਟਿਕਣਗੀਆਂ ਨਹੀਂ। ਤਾਂ ਚੀਜ਼ ਕੀ ਟਿਕਣੀ ਚਾਹੀਦੀ ਹੈ, ਸਥਿਰਤਾ। ਅਤੇ ਸਥਿਰਤਾ ਕਿਵੇਂ ਆਊਗੀ, ਤੁਹਾਡਾ ਮਨ ਜਾਗਰਤਾ ਹੋਊਗੀ। ਅਤੇ ਇਹਦਾ ਕਾਰਨ ਕੀ ਹੈ, ਜੇ ਤੁਸੀਂ ਇਹਨਾਂ 'ਤੇ ਨਹੀਂ ਧਿਆਨ ਦਿਓਗੇ ਤਾਂ ਤੁਹਾਡਾ ਮਾਨਸਿਕ ਢਾਂਚਾ ਜਿਹੜਾ ਹੈਗਾ ਅਸਤ ਵਿਅਸਤ ਹੋ ਜਾਊਗਾ। ਅਤੇ ਇਸ ਕਰਕੇ ਕੀ ਹੈ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਾਗਰੂਕ ਰਹੀਏ। ਇਸ ਤੋਂ ਬਾਅਦ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਅਸੀਂ ਅਪਗ੍ਰੇਡ ਰੱਖੀਏ। ਕਈ ਚੀਜ਼ਾਂ 'ਤੇ ਸਾਨੂੰ ਇਸ ਗੱਲ ਕਿ ਅਸੀਂ ਦਵਾ 'ਚ ਚਲੇ ਜਾਂਦੇ ਹਾਂ ਕਿ ਚੀਜ਼ਾਂ ਨੂੰ ਆਉਂਦੀਆਂ ਨਹੀਂ, ਤਕਨੀਕੀ ਰੂਪ 'ਚ ਸਾਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਪਰ ਅਸੀਂ ਧਿਆਨ ਦਿਓ ਕਿ ਸਾਡੇ ਬਜ਼ੁਰਗਾਂ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਸੀ ਨਹੀਂ। ਅੱਜ ਤੁਸੀਂ 1 ਮਿੰਟ ਦੇ ਵਿੱਚ ਆਪਣੇ ਬੱਚਿਆਂ ਨਾਲ ਕੈਨੇਡਾ, ਅਮਰੀਕਾ ਬੈਠੇ ਆਪਣੇ ਭੈਣ ਭਰਾਵਾਂ ਨਾਲ, ਮਾਪਿਆਂ ਨਾਲ ਗੱਲ ਕਰ ਸਕਦੇ ਹੋ। ਪਹਿਲਾਂ ਸੀ ਨਹੀਂ ਸੀ। ਤਾਂ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਅਪਗ੍ਰੇਡ ਹੋ ਰਹੀਆਂ, ਦੁਨੀਆ ਬਦਲ ਰਹੀ ਹੈ ਬਹੁਤ ਤੇਜ਼ੀ ਨਾਲ। ਤੁਸੀਂ ਵੀ ਅਪਗ੍ਰੇਡ ਰਹੋ। ਜੇ ਤੁਸੀਂ ਅਪਗ੍ਰੇਡ ਰਹੋਗੇ, ਟੈਕਨੋਲੋਜੀ ਨਾਲ ਜੁੜੇ ਰਹੋਗੇ, ਤਾਂ ਜਿਹੜਾ ਤੁਹਾਡੇ ਕੋਲ ਵਿਹਲਾ ਸਮਾਂ ਤੁਹਾਡਾ ਟੈਕਨੋਲੋਜੀ ਨਾਲ ਜੁੜ ਕੇ ਵਧੀਆ ਢੰਗ ਨਾਲ ਨਿਕਲ ਸਕਦਾ ਹੈ। ਅਤੇ ਇਸ ਤੋਂ ਜਿਹੜਾ ਹੈਗਾ ਟੈਕਨੋਲੋਜੀ ਨਾਲ ਅਪਗ੍ਰੇਡ ਹੁੰਦੇ ਹੁੰਦੇ ਜਿਹੜੇ ਸਾਡੇ ਆਪਣੀਆਂ ਧਾਰਨਾਵਾਂ ਨੇ, ਯੋਗ ਹੈ, ਮੈਡੀਟੇਸ਼ਨ ਹੈ, ਇਹਦੇ ਨਾਲ ਜੁੜੇ ਰਹਾਂਗੇ ਤਾਂ ਜਿਹੜਾ ਸਾਡਾ ਜੀਵਨ ਹੈ ਉਹ ਬੜਾ ਸੁੰਦਰ ਅਤੇ ਸ਼ਾਨਦਾਰ ਹੋ ਜਾਊਗਾ। ਔਰ ਸਮਾਂ ਆ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਸੇ ਪਾਸੇ ਵਾਲਿਆਂ ਨੂੰ ਰੋਟੀ ਕਮਾਉਣ ਨਾਲੋਂ, ਚੀਜ਼ਾਂ ਨੂੰ ਪ੍ਰਾਪਤ ਕਰਨ ਨਾਲੋਂ, ਇੱਧਰ ਜਾਣ ਨਾਲੋਂ, ਨੌਕਰੀ ਕਰਨ ਨਾਲੋਂ ਜ਼ਰੂਰੀ ਹੈ ਕਿ ਮਾਨਸਿਕ ਤੌਰ 'ਤੇ ਸਥਿਰ ਹੋਣਾ ਸਿਖਾਈਏ। ਜਦੋਂ ਸਾਡਾ ਬੱਚਾ ਮਾਨਸਿਕ ਤੌਰ 'ਤੇ ਸਥਿਰ ਹੈ, ਅਸੀਂ ਮਾਨਸਿਕ ਤੌਰ 'ਤੇ ਸਥਿਰ ਹਾਂ, ਸਾਡੇ ਭੈਣ ਭਰਾ ਮਾਨਸਿਕ ਤੌਰ 'ਤੇ ਸਥਿਰ ਹੈ, ਤਾਂ ਬਿਲਕੁਲ ਅਸੀਂ ਕੋਈ ਵੀ ਪ੍ਰਾਪਤੀ ਕਰ ਸਕਦੇ ਹਾਂ। ਅਗਲੀ ਗੱਲ ਹੈ ਕਿ ਕੁਦਰਤ ਦਾ ਨਿਯਮ ਹੈ
ਨਿਯਮ ਕੀ ਹੈ ਕਿ ਚੀਜ਼ ਨੂੰ ਆਪਣੇ ਤੋਂ ਲੋੜ ਤੋਂ ਵੱਧ ਚਾਹਣਾ, ਚੀਜ਼ ਬਾਰੇ ਜਾਣਨਾ, ਇੱਛਾ ਰੱਖਣੀ ਕਿ ਮੈਨੂੰ ਮਿਲੇ ਜਾਂ ਨਹੀਂ ਮਿਲੀ ਉਹਦਾ ਦੁੱਖ ਮਨਾਉਣਾ, ਉਹ ਸਾਨੂੰ ਕਿੱਥੇ ਲੈ ਜਾਂਦੇ ਆ? ਗਲਤ ਦਿਸ਼ਾ ਦੇ ਵਿੱਚ। ਅਤੇ ਫਿਰ ਅਸੀਂ ਡਿਪਰੈਸ਼ਨ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਹੁਣ ਤੁਸੀਂ ਸੋਚੋ ਕਿ ਤੁਸੀਂ ਡਿਪਰੈਸ਼ਨ ਵੱਲ ਤੁਹਾਨੂੰ ਕੌਣ ਲੈ ਕੇ ਗਿਆ? ਤੁਸੀਂ ਖੁਦ ਗਏ ਹੋ, ਅਤੇ ਫਿਰ ਵਾਪਸ ਵੀ ਤੁਸੀਂ ਖੁਦ ਮੁੜ ਸਕਦੇ ਹੋ। ਜੇ ਤੁਸੀਂ ਡਿਪਰੈਸ਼ਨ 'ਚ ਜਾ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਬਦਲ ਵੀ ਸਕਦੇ ਹੋ। ਕੁਐਸਚਨ ਕਰੋ ਆਪਦੇ ਆਪ ਨੂੰ ਕਿ ਹੁਣ ਸਮਾਂ ਆ ਗਿਆ, ਅਸੀਂ ਆਪਦੇ ਆਪ ਨੂੰ ਮਾਨਸਿਕ, ਸਰੀਰਕ ਅਤੇ ਰਸਾਇਣਕ ਤੌਰ 'ਤੇ ਸਮਝਣਾ ਹੈਗਾ। ਅਸੀਂ ਮੰਨਣਾ ਹੈ ਕਿ ਮਨੁੱਖ ਹੈ ਜੋ ਉਹਦੇ ਕੋਲ ਹਰ ਚੀਜ਼ ਦਾ ਜਵਾਬ ਹੈ, ਹਰ ਬਿਮਾਰੀ ਨੂੰ ਉਹ ਖੁਦ ਠੀਕ ਕਰ ਸਕਦਾ ਹੈ ਜੇਕਰ ਉਹ ਚਾਹੂਗਾ। ਹੁਣ ਇਹ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਤਣਾਅ ਦੇ ਵਿੱਚ ਬਿਤਾਉਣੀ ਹੈ, ਡਿਪਰੈਸ਼ਨ 'ਚ ਬਿਤਾਉਣੀ ਹੈ, ਜਾਂ ਇਸ ਸਮਾਜ ਦੇ ਵਿੱਚ ਬੋਝ ਬਣ ਕੇ ਜਿਉਣਾ ਹੈ, ਜਾਂ ਇਸ ਸਮਾਜ ਨੂੰ ਤੁਸੀਂ ਕੋਈ ਪ੍ਰਾਪਤੀ ਦੇ ਕੇ ਜਾਣੀ ਹੈ। ਦੇਖੋ, ਹਮੇਸ਼ਾ ਯਾਦ ਰੱਖੋ, ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਿਰਫ ਆਪਦੇ ਲਈ ਜਿਉਂਦੇ, ਤੁਛ ਜੀਵਨ ਜਿਉ ਰਹੇ ਹੋ। ਜੇ ਤੁਸੀਂ ਉਹ ਜੀਵਨ ਜਿਉ ਰਹੇ ਹੋ ਜਿਹਦੇ 'ਚ ਕੁਝ ਚੀਜ਼ਾਂ ਕਰਨੀਆਂ ਜ਼ਰੂਰੀ ਹੈ, ਤਾਂ ਤੁਸੀਂ ਸ਼ਾਨਦਾਰ ਜੀਵਨ ਜਿਉ ਰਹੇ ਹੋ। ਜੇ ਤੁਸੀਂ ਲੋਕਾਂ ਲਈ ਜਿਉ ਰਹੇ ਹੋ, ਲੋਕਾਂ ਲਈ ਕੁਝ ਕਰ ਰਹੇ ਹੋ, ਤਾਂ ਤੁਸੀਂ ਬਹੁਤ ਸ਼ਾਨਦਾਰ ਜੀਵਨ ਜਿਉ ਰਹੇ ਹੋ। ਸੋ ਮੇਰੀ ਇੱਛਾ ਹੈ ਕਿ ਤੁਸੀਂ ਸਾਰੇ ਬਹੁਤ ਸ਼ਾਨਦਾਰ ਜੀਵਨ ਜਿਉ। ਜ਼ਿੰਦਗੀ ਦੇ ਵਿੱਚ ਮੈਡੀਟੇਸ਼ਨ, ਯੋਗ, ਖੁਸ਼ੀ ਦੀਆਂ ਪਲਾਂ ਨੂੰ ਸਾਂਝੇ ਕਰਨ ਦੇ ਪਲ, ਔਰ ਜਿਹੜੀਆਂ ਮੈਂ ਟਿਪਸ ਤੁਹਾਨੂੰ 6-7 ਗੱਲਾਂ ਸਾਂਝੀਆਂ ਕੀਤੀਆਂ, ਉਹਨਾਂ ਨਾਲ ਤੁਸੀਂ ਜੁੜੇ ਰਹੋਗੇ ਤਾਂ ਤਣਾਅ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਵੇਗਾ। ਤੁਸੀਂ ਇਸ ਤੋਂ ਬਾਹਰ ਨਿਕਲ ਸਕਦੇ ਹੋ ਬਿਨਾਂ ਦਵਾਈ ਤੋਂ। ਨਸ਼ਾ, ਨਿਰਾਸ਼ਾ, ਡਿਪਰੈਸ਼ਨ, ਇਸ ਦਾ ਇਲਾਜ ਤੁਹਾਡੇ ਕੋਲ ਹੈ, ਕਿਸੇ ਡਾਕਟਰ ਕੋਲ।